ਇਹ ਤਾਂ ਆਪਾਂ ਨੂੰ ਪਤਾ ਹੈ ਮੋਦੀ ਖਾਨੇ ਦੀ ਜ਼ਿੰਮੇਵਾਰੀ ਸੰਭਾਲੀ, ਲੇਕਿਨ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਦੌਲਤ ਖਾਨ ਨੇ ਇੰਟਰਵਿਊ ਲਈ ਸੀ। ਰਾਏ ਬੁਲਾਰ ਖਾਨ ਸਾਹਿਬ ਨੇ ਖੱਤ ਭੇਜਿਆ ਕਿ ਜ਼ਹੀਨ ਬੱਚੇ ਨੂੰ, ਬਹੁਤ ਤੇਜ਼ ਦਿਮਾਗ ਬੱਚੇ ਨੂੰ ਤੁਹਾਡੇ ਕੋਲ ਭੇਜ ਰਿਹਾ, ਨੌਕਰੀ ਦੇਣੀ ਤਾਂ ਹੈ ਹੀ ਹੈ, ਲੇਕਿਨ ਇੱਜ਼ਤ ਨਾਲ ਇੱਜ਼ਤਦਾਰ ਨੌਕਰੀ ਦੇਣੀ। ਦੌਲਤ ਖਾਨ ਦੀ ਕੋਰਟ 'ਚ ਭਾਈ ਜੈ ਰਾਮ ਜੀ, ਬੇਬੇ ਨਾਨਕੀ ਜੀ ਦੇ ਪਤੀ, ਲੈ ਕੇ ਗਏ ਸਨ, ਉਹ ਰੈਵਨਿਊ ਅਫਸਰ ਸਨ ਜੀ। ਪੇਸ਼ ਹੋਏ ਦੌਲਤ ਖਾਨ ਦੀ ਕੋਰਟ 'ਚ। ਦੌਲਤ ਸਾਖੀ ਦੱਸਦੀ ਹੈ ਆਪਾਂ ਨੂੰ, ਜਨਮ ਸਾਖੀ ਦੇ ਵਿੱਚ ਲਿਖਿਆ ਹੈ, ਦੌਲਤ ਖਾਨ ਨੇ ਪੁੱਛਿਆ ਕਿੰਨੀ ਤਾਲੀਮ ਹਾਸਲ ਕੀਤੀ? ਬਾਬੇ ਕਹਿਆ ਜੀ ਹਿੰਦ ਕੀ ਜਾਣਦਾ ਹਾਂ, ਤੋਰ ਕੀ ਜਾਣਦਾ ਹਾਂ, ਵਹੀ ਖਾਤੇ ਦਾ ਪੂਰਾ ਗਿਆਨ ਹੈ। ਦੋਵੇਂ ਲੈਂਗੁਏਜ ਆਉਂਦੀਆਂ ਨੇ, ਅਕਾਊਂਟੈਂਸੀ ਆਉਂਦੀ ਹੈ। ਸੋ ਸਿੱਖਿਆ ਸੀ ਕੁਛ, ਤਦੇ ਇਹ ਕਿਹਾ ਨਾ ਕਿ ਇਹ ਜਾਣਦਾ। ਇਸੇ ਕਰਕੇ ਜਿਹੜਾ ਮੋਦੀ ਖਾਨਾ ਸੀ, ਅੱਜ ਕੱਲ੍ਹ ਵਾਂਗ ਚੈੱਕਾਂ ਨਾਲ ਜਾਂ ਕੈਸ਼ ਨਾਲ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਸੀ, ਕੱਚੀਆਂ ਰਸਦਾਂ ਦਿੱਤੀਆਂ ਜਾਂਦੀਆਂ ਸੀ, ਛਮਾਹੀ ਬਾਅਦ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ, ਹਾੜੀ ਸੌਣੀ। ਤਾਂ ਉਹ ਸਟੇਟ ਦਾ ਸਭ ਤੋਂ ਵੱਡਾ ਸਟੋਰ ਸੀ। ਯਾਨੀ ਆਪਾਂ ਜੇ ਅੱਜ ਐਂ ਕਹੀਏ ਨਾ ਵੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਡਾਇਰੈਕਟਰ ਲਾਤੇ ਜਾਂ ਪੰਜਾਬ ਦੇ ਮੈਨੇਜਰ ਲਾਤੇ, ਉਹ ਮਤਲਬ ਜਿੱਡੀ ਇੱਕ ਸਟੇਟ ਸੀ ਸੁਲਤਾਨਪੁਰ ਦੀ, ਨਵਾਬ ਸਨ ਨਾ, ਸੂਬੇਦਾਰ ਸਨ। 3 ਸਟੇਟਾਂ ਸਨ ਉਸ ਵੇਲੇ, ਲਾਹੌਰ ਸਟੇਟ, ਸਰਹੰਦ ਅਤੇ ਸੁਲਤਾਨਪੁਰ। ਪੰਜਾਬ 3 ਹਿੱਸਿਆਂ 'ਚ ਵੰਡਿਆ ਹੋਇਆ ਸੀ। ਤਾਂ ਸਟੇਟ ਦਾ ਜਿੱਡਾ ਵੱਡਾ ਸਟੋਰ ਸੀ, ਉਹ ਗੁਰੂ ਨਾਨਕ ਦੇਵ ਜੀ ਦੀ ਸਪੁਰਦਗੀ 'ਚ ਸੀ। ਬਾਕੀ ਆਪਾਂ ਜਾਣਦੇ ਹੀ ਹਾਂ ਕਿ ਉੱਥੇ 13 ਕਰਦੇ ਹਾਂ, ਲੋੜਵੰਦਾਂ ਨੂੰ ਅੰਨ ਦੇਣਾ ਸ਼ੁਰੂ ਕਰ ਦਿੱਤਾ। ਕਈ ਇੰਨੀਆਂ ਦਿਲਚਸਪ ਗੱਲਾਂ ਜਨਮ ਸਾਖੀਆਂ 'ਚੋਂ ਆਪਾਂ ਨੂੰ ਮਿਲਦੀਆਂ ਨੇ ਕਿ ਮੈਨੂੰ ਇਸ ਗੱਲੋਂ ਦੁੱਖ ਵੀ ਹੁੰਦਾ ਹੈ ਅਤੇ ਹੈਰਾਨੀ ਵੀ ਹੁੰਦੀ ਹੈ ਵੀ ਸਾਡੇ ਪਾਠਕਾਂ ਨੇ ਜਾਂ ਸਾਡੇ ਗ੍ਰੰਥੀਆਂ ਨੇ ਜਾਂ ਸਾਡੇ ਅਧਿਆਪਕਾਂ ਨੇ ਬੱਚਿਆਂ ਤੱਕ ਅਤੇ ਵੱਡਿਆਂ ਤੱਕ ਇਹ ਮਿੱਠੇ ਬੋਲ ਕਿਉਂ ਨਹੀਂ ਪਹੁੰਚਾਏ। ਪਤਾ ਲੱਗਿਆ ਮੋਦੀ ਖਾਨੇ 'ਚ ਮਹਾਰਾਜ ਨੂੰ ਕਿ ਮਾਪੇ ਤਲਵੰਡੀ ਤੋਂ ਸੁਲਤਾਨਪੁਰ ਮਿਲਣ ਗਿਲਣ ਲਈ ਆਏ ਨੇ। ਸੁਣ ਦੋ ਹੀ ਦੌੜਿਓ। ਇਹ ਸੁਣਨ ਸਾਰ ਖਬਰ ਕਿ ਮਾਪੇ ਆਏ ਨੇ। ਅਜੇ ਮਾਪਿਆਂ ਨੂੰ ਮਿਲਣ ਜਾਣਾ, ਮਾਪੇ ਬੇਬੇ ਨਾਨਕੀ ਨਾਲ ਗੱਲਾਂ ਕਰ ਰਹੇ ਨੇ। ਪਿਤਾ ਦਾ ਇੱਕ ਸਵਾਲ ਹੈ, ਨਾਨਕ ਹੁਣ ਕੁਛ ਜੋੜਦਾ ਵੀ ਹੈ ਕਿ ਸਾਰਾ ਉਜਾੜਦਾ ਹੈ? ਨਾਨਕੀ ਨੇ ਕਿਹਾ, ਪਿਤਾ ਜੀ ਕਮਾਉਂਦਾ ਹੈ ਤਾਂ ਉਜਾੜਦਾ ਹੈ, ਤੁਸਾਂ ਤਾਂ ਹੁਣ ਕੁਝ ਨਹੀਂ ਉਜਾੜਦਾ। ਤੁਸਾਂ ਦੀਆਂ ਇਹ ਗੱਲਾਂ ਸਾਨੂੰ ਭਲੀਆਂ ਨਹੀਂ ਲੱਗਦੀਆਂ। ਪਿਤਾ ਦੀ ਨਿਗਾਹ ਕਮਾਈ 'ਤੇ ਹੈ, ਪਿਤਾ ਦੀ ਨਿਗਾਹ ਜ਼ਿੰਮੇਵਾਰੀ 'ਤੇ ਹੈ, ਪਿਤਾ ਦੀ ਨਿਗਾਹ ਗ੍ਰਸਤੀ ਚਲਾਉਣ 'ਤੇ ਹੈ। ਪਿਤਾ ਧਰਤੀ ਹੈ ਅਤੇ ਪੁੱਤਰ ਅਸਮਾਨ ਹੈ। ਪਿਤਾ ਦੀ ਨਿਗਾਹ ਅਸਮਾਨ ਤੱਕ ਜਾ ਨਹੀਂ ਰਹੀ ਅਤੇ ਪੁੱਤਰ ਧਰਤੀ ਉੱਪਰ ਉਤਰਨ ਲਈ ਤਿਆਰ ਨਹੀਂ। ਇਹ ਗੈਪ ਹੈ ਦੋਵਾਂ 'ਚ, ਜਿੰਨਾ ਗੈਪ ਧਰਤੀ 'ਚ ਅਤੇ ਅਸਮਾਨ 'ਚ। ਅਤੇ ਆ ਗਏ ਮਾਪਿਆਂ ਨੂੰ ਮਿਲਣ। ਜਨਮ ਸਾਖੀ 'ਚ ਲਿਖਿਆ ਕਿ ਮਾਤਾ ਅਤੇ ਪਿਤਾ ਦੇ ਚਰਨ ਛੂਹੇ, ਅਸੀਸ ਮਿਲੀ, ਹਾਲ ਚਾਲ ਪੁੱਛਿਆ। ਗੱਲਾਂ ਕਰਦਿਆਂ ਬਾਬੇ ਪੁੱਛਿਆ, ਜੀ ਰਾਏ ਜੀ ਕੈਸੇ ਥੇ? ਪਿਤਾ ਕਿਹਾ, ਓਹੋ ਅਸਾਂ ਨੂੰ ਤਾਂ ਵਿਸਰ ਹੀ ਗਿਆ ਸੀ। ਜਦੋਂ ਰਾਏ ਜੀ ਨੂੰ ਪਤਾ ਲੱਗਾ ਕਿ ਅਸੀਂ ਤੁਹਾਨੂੰ ਮਿਲਣ ਆ ਰਹੇ ਹਾਂ ਤਾਂ ਹਵੇਲੀਓਂ ਆਪਣੇ ਘਰ ਆਏ ਸਨ। ਘਰ ਆ ਕੇ ਕਿਹਾ, ਅਸਾਂ ਦਾ ਨਾਮ ਲੈ ਕੇ ਬਾਬੇ ਦੇ ਕਦਮ ਛੂਹਣੇ ਔਰ ਸਲਾਮ ਅਰਜ਼ ਕਰਨੀ। ਅਸਾਂ ਨੂੰ ਤਾਂ ਵਿਸਰ ਹੀ ਗਿਆ ਸੀ। ਜਿਹੜੀਆਂ ਬਹੁਤ ਡੂੰਘੀਆਂ ਗੱਲਾਂ ਨੇ ਉਹ ਪਿਤਾ ਨੂੰ ਵਿਸਰ ਜਾਂਦੀਆਂ ਨੇ। ਅਤੇ ਬਾਬਾ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਦਾ ਹਾਲ ਚਾਲ ਪਹਿਲਾਂ, ਜਿਨ੍ਹਾਂ ਨੂੰ ਬਾਬਾ ਜੀ ਦੇਖੋ ਫਕੀਰੀ ਹੈ। ਪਹਿਲੀ ਉਦਾਸੀ ਮੈਨੇ ਯਾਤਰਾ, ਪਹਿਲੀ ਉਦਾਸੀ 13 ਸਾਲ ਦੀ ਸੀ। ਮੈਂ ਇੱਥੇ ਆਉਣ ਲੱਗਿਆ ਸੀ ਕਿ ਥੋੜ੍ਹਾ ਉਦਾਸੀਆਂ ਬਾਰੇ ਵੀ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ, ਵੱਖ-ਵੱਖ ਲੋਕਾਂ ਨੂੰ ਜਾ ਕੇ ਮਿਲੇ ਔਰ ਮਨੁੱਖਤਾ ਦੀ ਭਲਾਈ ਦਾ, ਲੁਕਾਈ ਦਾ ਸੰਦੇਸ਼ ਦਿੱਤਾ ਉਹਨਾਂ ਨੇ। ਉਹਨਾਂ ਬਾਰੇ ਵੀ ਥੋੜ੍ਹਾ ਸੰਖੇਪ ਦੇ ਵਿੱਚ ਜਿਹੜਾ ਹੈਗਾ ਇਹ ਆਪਣੇ ਦਰਸ਼ਕ ਨੇ ਜਿਹੜੇ ਇਸ ਗੱਲੋਂ ਥੋੜ੍ਹੇ ਜਿਹੇ ਆਨੰਦਿਤ ਵੀ ਹੋਣਗੇ ਅਤੇ ਹੈਰਾਨ ਵੀ ਹੋਣਗੇ ਇਹ ਸੁਣ ਕੇ ਕਿ ਗੁਰੂ ਨਾਨਕ ਦੇਵ ਜੀ 4 ਉਦਾਸੀਆਂ ਦੇ ਦੌਰਾਨ ਏਸ਼ੀਆ 'ਚ ਜਿਨ੍ਹਾਂ ਲੋਕਾਂ ਨੂੰ ਮਿਲੇ ਉਹਨਾਂ ਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਮਿਲੇ ਸੀ ਅਤੇ ਜ਼ਿੰਦਗੀ 'ਚ ਆਖਰੀ ਵਾਰੀ ਮਿਲੇ ਸੀ, ਦੁਬਾਰਾ ਨਹੀਂ ਮਿਲ ਸਕੇ ਸੀ। ਮਹਾਰਾਜ ਤੋਂ ਬਾਅਦ ਇੰਨੀਆਂ ਲੰਮੀਆਂ ਯਾਤਰਾਵਾਂ 9 ਗੁਰੂ ਸਾਹਿਬਾਨ ਕਰ ਨਹੀਂ ਸਕੇ ਸਨ। 9ਵੇਂ ਪਾਤਸ਼ਾਹ ਇੰਨੀ ਲੰਮੀ ਤਾਂ ਨਹੀਂ ਕਰ ਸਕੇ, ਲੇਕਿਨ ਅਸਾਮ ਅਤੇ ਬੰਗਾਲ ਤੱਕ ਗਏ ਸਨ। ਰੂਟ ਉਹਨਾਂ ਨੇ ਇਸ ਯਾਤਰਾ ਦਾ ਜਦੋਂ ਚੁਣਿਆ, ਰੂਟ ਉਹੀ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੀ। 200 ਸਾਲ ਬਾਅਦ ਉਹਨਾਂ ਲੋਕਾਂ ਨੂੰ ਮਿਲੇ ਜਿਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਮਿਲੇ ਸੀ ਕੇਵਲ। ਜਿਸ ਪਿੰਡ ਜਾਂ ਨਗਰ ਜਾਂ ਸ਼ਹਿਰ 'ਚ ਜਾਂਦੇ, ਸੰਗਤ ਉਹਨਾਂ ਨੂੰ ਲੈਣ ਖਬਰ ਮਿਲਦੀ 9ਵੇਂ ਗੁਰੂ ਨਾਨਕ ਦੇਵ ਜੀ ਆ ਰਹੇ ਨੇ, ਤਾਂ ਚਰਨੀ ਹੱਥ ਲਾ ਕੇ ਹੱਥ ਜੋੜ ਕੇ ਇਹ ਪੁੱਛਦੇ, ਬਾਬਾ ਜੀ ਇੰਨੀ ਦੇਰ ਬਾਅਦ ਦੀਦਾਰ ਦਿੱਤੇ। 200 ਸਾਲ 'ਚ 10 ਪੀੜ੍ਹੀਆਂ ਬਦਲ ਜਾਂਦੀਆਂ ਨੇ ਔਲਾਦ ਦੀਆਂ।
ਕਿਹੋ ਜਿਹੇ ਬੋਲ ਦਿੱਤੇ ਗੁਰੂ ਨਾਨਕ ਦੇਵ ਜੀ ਨੇ ਕਿ ਲੋਕਾਂ ਦੇ ਦਿਲਾਂ ਅੰਦਰ ਖੁਣੇ ਰਹੇ, ਅੱਜ ਤੱਕ ਖੁਣੇ ਪਏ ਨੇ। ਤੋ ਇਹ ਉਦਾਸੀਆਂ ਨੇ ਜਿਹੜੀਆਂ 4 ਜੀ, ਇਹਨਾਂ 'ਚ ਏਸ਼ੀਆ ਦਾ ਭਰਮਣ ਕੀਤਾ। ਇਹਨਾਂ 'ਚ ਇੱਕ ਜਿਹੜੀ ਚੀਜ਼ ਮੈਂ ਅਕਸਰ ਆਪਣੇ ਵਿਦਿਆਰਥੀਆਂ ਨੂੰ ਵੀ ਦੱਸਦਾ, ਗੁਰਦੁਆਰਾ ਕਿਤੇ ਪ੍ਰਬੰਧਕ ਸੱਦਣ ਆਪਾਂ ਨੂੰ ਉੱਥੇ ਵੀ ਦੱਸਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਖਾਣ ਪੀਣ ਅਤੇ ਪਹਿਨਣ ਦੀ ਕੋਈ ਚੀਜ਼ ਨਾ ਚੱਕੀ, ਨਾ ਭਾਈ ਮਰਦਾਨਾ ਜੀ ਨੂੰ ਚੱਕਣ ਦਿੱਤੀ। ਜਿਹੜੀ ਚੀਜ਼ ਉਹਨਾਂ ਨੇ ਆਪਣੇ ਤੋਂ ਵੱਖ ਕਦੀ ਨਹੀਂ ਕੀਤੀ ਸਾਰੀ ਉਮਰ, ਨਾ ਯਾਤਰਾਵਾਂ 'ਚ ਨਾ ਅੱਗੋਂ ਪਿੱਛੋਂ, ਉਹ ਸੀ ਕਲਮ ਦਵਾਤ ਤੇ ਨੋਟਬੁੱਕ। ਤੋ ਅਸੀਂ ਉਸ ਪਿਤਾ ਦੇ ਬੱਚੇ ਹਾਂ ਜਿਨ੍ਹਾਂ ਨੇ ਸਭ ਤੋਂ ਵੱਧ ਕਲਮ ਦਵਾਤ ਨੂੰ ਤੇ ਕਿਤਾਬ ਨੂੰ ਪਿਆਰ ਕੀਤਾ ਸੀ। ਤੋ ਅਸੀਂ ਕਿਤਾਬ ਤੋਂ ਦੂਰ, ਘੱਟੋ ਘੱਟ ਬਾਕੀ ਦੁਨੀਆ ਕਿਤਾਬ ਤੋਂ ਦੂਰ ਚਲੀ ਜਾਵੇ, ਕੋਈ ਇਤਰਾਜ਼ ਨਹੀਂ। ਉਹਨਾਂ ਦੇ ਪੈਗੰਬਰਾਂ ਨੇ ਅੱਖਰਾਂ ਨੂੰ ਇੰਨਾ ਪਿਆਰ ਨਹੀਂ ਕੀਤਾ ਜਿੰਨਾ ਗੁਰੂ ਨਾਨਕ ਦੇਵ ਜੀ ਨੇ ਕੀਤਾ। ਤੋ ਸਾਡੇ ਪਿਤਾ ਨੇ ਅੱਖਰਾਂ ਤੋਂ ਇਲਾਵਾ ਕਿਸੇ ਚੀਜ਼ ਨੂੰ ਪਿਆਰ ਹੀ ਨਹੀਂ ਕੀਤਾ। ਫਿਰ ਅਸੀਂ ਕਿਉਂ ਕਿਤਾਬ ਤੋਂ ਦੂਰ ਜਾਈਏ? ਪੰਜਾਬ ਨੂੰ ਕਿਉਂ ਆਖਿਆ ਜਾਂਦਾ ਕਿ ਪਿੱਛੇ ਰਹਿ ਗਿਆ ਹੈ? ਕੇਰਲਾ, ਸਾਊਥ ਇੰਡੀਆ, ਇੱਥੇ ਦੀਆਂ ਸਟੇਟਾਂ ਦੇ ਬੱਚੇ ਨੇ ਜਿਹੜੇ ਸਾਡੇ ਤੋਂ ਵੱਧ ਪੜ੍ਹਦੇ ਨੇ। ਸੋ ਇਹ ਸਾਡੇ ਵਾਸਤੇ ਪ੍ਰੇਰਨਾ ਦੇ ਸਰੋਤ ਨੇ ਕਿ ਸਾਡਾ ਪਿਤਾ ਪਿਆਰ ਕਰਦਾ ਸੀ ਜਿਨ੍ਹਾਂ ਚੀਜ਼ਾਂ ਨੂੰ, ਉਹਨਾਂ ਚੀਜ਼ਾਂ ਨੂੰ ਜੇ ਅਸੀਂ ਪਿਆਰ ਕਰਾਂਗੇ ਉਨੀ ਇੱਜ਼ਤ ਨਾ ਹੋਊਗੀ ਜਿੰਨੀ ਗੁਰੂ ਨਾਨਕ ਦੇਵ ਜੀ ਦੀ ਹੋਈ, ਲੇਕਿਨ ਕਾਫੀ ਹੋ ਜਾਊਗੀ। ਫਿਰ ਵੀ ਪੰਨੂ ਸਾਹਿਬ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀ ਗੱਲ ਆਪਾਂ ਕਰਦੇ ਹਾਂ, ਉਹਨਾਂ ਦੁਆਰਾ ਰਚਿਤ ਗੁਰਬਾਣੀ ਦੀ ਕਰਦੇ ਹਾਂ, ਉਹਨਾਂ ਨੇ ਜੀਵਨ ਨੂੰ ਸੇਧ ਦੇਣ ਵਾਲੀ ਜਿਹੜੀ ਗੁਰਬਾਣੀ ਆ ਉਹਦੀ ਰਚਨਾ ਕੀਤੀ। ਜਿਸ ਤਰ੍ਹਾਂ ਉਹਨਾਂ ਦਾ ਇੱਕ ਸ਼ਬਦ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹਦੇ ਵਿੱਚ ਉਹਨਾਂ ਨੇ ਕਾਇਨਾਤ ਨੂੰ, ਕੁਦਰਤ ਨੂੰ ਮਾਤਾ ਤੇ ਪਿਤਾ ਦਾ ਦਰਜਾ ਦਿੱਤਾ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕਰੀ, ਅਸੀਂ ਅਜੋਕੇ ਦੌਰ ਦੇ ਨਾਲ ਜੋੜ ਕੇ ਦੇਖੀਏ ਕਿ ਅੱਜ ਅਸੀਂ ਕਿੱਥੇ ਖੜੇ ਹਾਂ, ਕੀ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਹਾਂ, ਉਹਨਾਂ ਦੀਆਂ ਗੱਲਾਂ ਨਹੀਂ ਮੰਨਦੇ ਹੈਗੇ, ਜਾਂ ਕਿੱਥੇ ਫਰਕ ਪੈ ਗਿਆ? ਦੇਖੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਤਾਂ ਤੁਸੀਂ ਯਾਦ ਕਰਾਈਆਂ ਮਹਾਰਾਜ ਦੀਆਂ ਪੰਕਤੀਆਂ ਹੈਗੀਆਂ, ਲੇਕਿਨ ਉਹਨਾਂ ਦੀ ਪੰਕਤੀ ਇੱਕ ਇੱਕ ਪੰਕਤੀ ਮਹੱਤਵਪੂਰਨ ਹੈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਹ ਸਾਨੂੰ ਸੰਕੇਤ ਦੇ ਰਹੇ ਨੇ ਕਿ ਸਾਡਾ ਪਿਤਾ, ਸਾਡਾ ਕਰਤਾਰ, ਕਰਤਾ ਪੁਰਖ, ਉਹ ਇਸ ਕੁਦਰਤ 'ਚ ਵਸ ਰਿਹਾ ਹੈ। ਜਿਹੜੇ ਘਰ 'ਚ ਉਹ ਵਸ ਰਿਹਾ, ਸਾਨੂੰ ਉਹਨੂੰ ਮੈਲਾ ਕਰਨ ਦਾ ਕੀ ਹੱਕ ਹੈ? ਜੇ ਸਾਡਾ ਘਰ ਹੋਵੇ ਠੀਕ ਹੈ, ਖਲਾਰਾ ਪਾ ਦਿਓ, ਸਾਡਾ ਤਾਂ ਘਰ ਹੈ ਹੀ ਨਹੀਂ, ਇਹ ਸਾਡੇ ਮਾਲਕ ਦਾ ਘਰ ਹੈ। ਇਹ ਉਹ ਘਰ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਪਸੰਦ ਕੀਤਾ। ਤੋ ਇਸ ਘਰ 'ਚ ਸਾਨੂੰ ਆ ਜਿਹੜਾ ਅਸੀਂ ਪੋਲਿਊਸ਼ਨ ਹੈ, ਪਾਣੀ ਦਾ ਵੀ ਹੈ, ਹਵਾ ਦਾ ਵੀ ਹੈ, ਧਰਤੀ ਦਾ ਵੀ ਹੈ। ਅੱਜ ਕੋਈ ਜ਼ਿਕਰ ਕਰ ਰਿਹਾ ਸੀ ਕਿ ਰੇਤਾ ਖਣਨ ਦਾ ਮਾਫੀਆ ਬੰਦ ਹੋ ਜਾਊਗਾ, ਕੋਇਲਾ ਵੀ ਖਣਿਆ ਜਾਂਦਾ ਧਰਤੀ 'ਚੋਂ, ਤੇਲ ਵੀ ਧਰਤੀ 'ਚੋਂ ਖਣਨਾ ਮੈਨੇ ਖੱਡ ਪੁੱਟ ਕੇ ਚੀਜ਼ ਕੱਢਣੀ। ਉਹ ਕਹਿੰਦੇ ਵੀ ਸਾਡੇ ਪਾਣੀ ਦਾ ਖਣਨ ਹੋਇਆ ਹੋਇਆ, ਸਾਡਾ ਪਾਣੀ ਖਣਨ, ਇਹਦੇ 'ਤੇ ਕੋਈ ਨਾ ਟੈਕਸ ਨਾ ਕੋਈ ਇਹਦੇ 'ਤੇ ਰੋਕ। ਤੋ ਜੇ ਬਾਕੀ ਖਣਨਾਂ 'ਤੇ ਰੋਕ ਲੱਗਦੀ ਹੈ ਤਾਂ ਪਾਣੀ ਹੈ ਜਿਹੜੀ ਇਹਦੀ ਦੁਰਵਰਤੋਂ ਕਿਉਂ ਹੋਵੇ? ਪਾਣੀ ਮਾਲਕੀ ਸਾਡੀ ਨਹਿਰਾਂ ਦੀ, ਦਰਿਆਵਾਂ ਦਾ। ਇਹ ਇੰਟਰਨੈਸ਼ਨਲ ਰਾਈਪੇਰੀਅਨ ਅਸੂਲ ਹੈ ਕਿ ਦਰਿਆ ਜਿਸ ਧਰਤੀ ਵਿੱਚੋਂ ਦੀ ਲੰਘਦੇ ਨੇ, ਉਸ ਧਰਤੀ ਦੇ ਮਾਲਕਾਂ ਨੂੰ ਹੀ ਉਹਨਾਂ ਦਰਿਆਵਾਂ ਦਾ ਪਾਣੀ ਵਰਤਣ ਦਾ ਹੱਕ ਹੈ। ਰਾਜਸਥਾਨ ਰਾਈਪੇਰੀਅਨ ਸਟੇਟ ਹੈ ਹੀ ਨਹੀਂ, ਦਿੱਲੀ ਰਾਈਪੇਰੀਅਨ ਸਟੇਟ ਹੈ ਹੀ ਨਹੀਂ। ਸਾਡੇ ਪਾਣੀਆਂ 'ਤੇ ਡਾਕਾ ਮਾਰ ਕੇ ਬਾਹਰਲੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ ਅਤੇ ਸਾਡੇ ਖੂਹਾਂ ਦਾ, ਸਾਡੇ ਟਿਊਬਵੈੱਲਾਂ ਦਾ ਪਾਣੀ ਜਿਹੜਾ ਉਹ 300 ਫੁੱਟ ਹੇਠਾਂ ਜ਼ਮੀਨ 'ਤੇ ਚਲਾ ਜਾ ਰਿਹਾ। ਇਹਦੇ ਵੱਲ ਕਿਸੇ ਦਾ ਕੋਈ ਧਿਆਨ ਹੀ ਨਹੀਂ। ਸੋ ਪੋਲਿਊਸ਼ਨ ਕਈ ਕਿਸਮ ਦਾ ਹੈ। ਜਿਵੇਂ ਪਰਾਲੀ ਦਾ ਪੋਲਿਊਸ਼ਨ ਹੈ, ਪਰਾਲੀ ਨਾਲ ਗੰਢਾਂ ਬੰਨ੍ਹ ਕੇ ਰੁਝਾਨ ਥੋੜ੍ਹਾ ਹੋ ਵੀ ਰਿਹਾ, ਮੈਂ ਦੇਖਦਾ ਟਰਾਲੀਆਂ ਦੇ ਵਿੱਚ ਗੰਢਾਂ ਬੰਨ੍ਹ ਕੇ ਫਰਕ ਪਿਆ। ਲੇਕਿਨ ਇੱਟਾਂ ਦੇ ਭੱਠੇ ਲੱਗੇ ਨੇ, ਉਹਨਾਂ 'ਚ ਇਹਦੀ ਵਰਤੋਂ ਹੋ ਸਕਦੀ ਹੈ, ਕੁਝ ਫੈਕਟਰੀਆਂ 'ਚ ਇਹਦੀ ਵਰਤੋਂ ਹੋ ਸਕਦੀ ਹੈ। ਵੱਖ-ਵੱਖ ਇਹ ਕੰਮ ਕਿਸਾਨ ਦੇ ਕਰਨ ਵਾਲਾ ਨਹੀਂ ਹੈ। ਕਿਸਾਨ ਨੇ ਤਾਂ ਫਸਲ ਬੀਜਣੀ ਅਤੇ ਫਸਲ ਵੱਢਣੀ ਹੈ। ਉਹ ਬਾਕੀ ਦੀ ਵਿਉਂਤਬੰਦੀ ਵਾਸਤੇ ਵੱਡੀ ਫੋਰਸ ਚਾਹੀਦੀ ਹੈ, ਵੱਡੀ ਮਸ਼ੀਨਰੀ ਚਾਹੀਦੀ, ਉਹ ਸਟੇਟ ਨੇ ਦੇਣੀ ਹੁੰਦੀ ਹੈ। ਹੁਣ ਕਿਸਾਨ ਨੂੰ ਸਟੇਟ ਨੇ ਕੀੜੇ ਮਾਰ ਦਵਾਈਆਂ ਦੇ ਦਿੱਤੀਆਂ, ਟਿਊਬਵੈੱਲ ਦੇ ਦਿੱਤੇ। ਇਹ ਕਿਸਾਨ ਨੂੰ ਨਹੀਂ ਪਤਾ ਵੀ ਕਿੰਨੇ ਕੁ ਵਰਤੋਂ ਕਰਨੀ ਹੈ। ਕਿਸਾਨ ਨੇ ਤਾਂ ਕਰੀ ਜਾਣੀ, ਉਹਨੇ ਤਾਂ ਹਟਣਾ ਨਹੀਂ, ਉਹਨੇ ਤਾਂ ਇਹ ਦੇਖਣਾ ਕਿ ਵੱਧ ਤੋਂ ਵੱਧ ਦਾਣੇ ਕਿੰਨੇ ਪੈਦਾ ਹੋਣ, ਮੇਰੀ ਆਮਦਨ ਕਿਵੇਂ ਵਧੇ। ਇਹ ਸਟੇਟ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇੰਨਾ ਡੂੰਘਾ ਪਾਣੀ ਚਲਾ ਜਾਣਾ ਅਤੇ ਕੀੜੇ ਮਾਰ ਦਵਾਈਆਂ ਦਾ ਅਸਰ ਸਾਡੀਆਂ ਸਿਹਤਾਂ 'ਤੇ ਹੋਣਾ। ਪਰਾਲੀ ਨੂੰ ਅੱਗ ਲੱਗੇਗੀ, ਉਹਦਾ ਪੋਲਿਊਸ਼ਨ ਹਵਾ 'ਚ ਜਾਏਗਾ, ਉਹ ਕੀ ਨੁਕਸਾਨ ਕਰੇਗਾ। ਸਾਡੇ ਮਿੱਤਰ ਕੀੜੇ ਮਰਨਗੇ, ਉਹਨਾਂ ਦਾ ਕੀ ਨੁਕਸਾਨ ਹੋਏਗਾ। ਇਹ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਸਟੇਟ 'ਤੇ ਹੈ। ਹੁਣ ਅੱਜ ਹੀ ਗੱਲ ਚੱਲ ਰਹੀ ਸੀ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ 'ਤੇ ਸਰਕਾਰ ਇਸ਼ਤਿਹਾਰ ਛਾਪਦੀ ਹੈ, ਟੀਵੀ 'ਤੇ ਮੋਬਾਈਲਾਂ 'ਚ ਐਡ ਦਿੰਦੀ ਹੈ। ਬਣਨ ਕਿਉਂ ਦਿੰਦੀ ਹੈ ਸਰਕਾਰ? ਉਹ ਜਿਹੜਾ ਸਰੋਤ ਹੈ ਉੱਥੇ ਕਿਉਂ ਨਹੀਂ? ਅੱਜ ਮੈਨੂੰ ਆਦਤ ਨਹੀਂ ਹੈ ਕਿ ਮੈਂ ਵੈਸੇ ਜਾਣਾ, ਮੈਂ ਆਪਣੀ ਨਿੱਜੀ ਗੱਲ ਦੱਸਾਂ ਕਿ ਮੇਰੇ ਕੋਲ ਕੱਪੜੇ ਦਾ ਝੋਲਾ ਹੈ, ਮੇਰੇ ਪਰਿਵਾਰ ਦੇ ਜੀਆਂ ਨੂੰ ਵੀ ਆਦਤ ਹੈ। ਜਦੋਂ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਬਾਜ਼ਾਰ ਜਾਣ ਲੱਗਿਆ ਮੈਂ ਇਹ ਯਾਦ ਰੱਖਣਾ ਹੈ ਕਿ ਮੇਰਾ ਬਟੂਆ ਤਾਂ ਨਹੀਂ ਕਿਤੇ ਮੈਂ ਭੁੱਲ ਗਿਆ ਘਰ। ਜਦੋਂ ਆਦਤ ਪਾ ਲਓਗੇ ਨਾ ਕਿਹੜੀ ਚੀਜ਼ਾਂ ਨਾਲ ਜਾਣੀਆਂ ਨੇ।
ਤੁਹਾਡੀ ਕਾਰ 'ਚ, ਤੁਹਾਡੇ ਸਕੂਟਰ 'ਚ, ਤੁਹਾਡੇ ਹੱਥ 'ਚ ਕੱਪੜੇ ਦਾ ਝੋਲਾ ਹੋਵੇ, ਤੁਸੀਂ ਆਪ ਆਖੋ ਕਿ ਨਹੀਂ ਜੀ ਮੈਨੂੰ ਪਲਾਸਟਿਕ ਦੇ ਲਿਫਾਫਿਆਂ 'ਚ ਸਮਾਨ ਨਹੀਂ ਚਾਹੀਦਾ। ਉਧਰੋਂ ਦੁਕਾਨਦਾਰਾਂ ਨੂੰ ਵੀ ਇਹ ਚਾਹੀਦਾ। ਤਾਂ ਪਹਿਲਾਂ ਸ਼ੁਰੂ ਹੋਊਗਾ ਸਟੇਟ ਤੋਂ, ਫਿਰ ਆਏਗਾ ਦੁਕਾਨ 'ਚ, ਫਿਰ ਉਹਦੀ ਵਰਤੋਂ ਆਏਗੀ ਸਾਡੇ 'ਚ। ਐਵੇਂ ਸਟੈਪ ਬਾਈ ਸਟੈਪ ਅਸੀਂ ਆਪਣੇ ਆਪ ਨੂੰ ਮੁਕਤ ਕਰ ਸਕਾਂਗੇ ਇਸ ਤਰ੍ਹਾਂ ਦੇ ਪ੍ਰਦੂਸ਼ਣਾਂ ਤੋਂ। ਜਿਸ ਤਰ੍ਹਾਂ ਸਰ ਤੁਸੀਂ ਸਟੇਟ ਦੀ ਗੱਲ ਕੀਤੀ ਆ, ਆਪਾਂ ਅਕਸਰ ਸੁਣਦੇ ਹਾਂ ਗੱਲ ਇਹ ਕਿ ਜਿਹੜਾ ਸਮਾਜ ਆ, ਸਮਾਜ ਦੀ ਜਿਹੜੀ ਮੁੱਢਲੀ ਕੜੀ ਆ ਉਹ ਇੱਕ ਪਰਿਵਾਰ ਤੋਂ ਸ਼ੁਰੂ ਹੁੰਦੀ ਆ। ਤਾਂ ਜੇ ਸਟੇਟ ਦੀ ਕੋਈ ਜ਼ਿੰਮੇਵਾਰੀ ਬਣਦੀ ਆ ਤਾਂ ਇੱਕ ਨਾਗਰਿਕ ਹੋਣ ਦੇ ਬਾਵਜੂਦ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਦੀ ਗੱਲ ਕਰਦੇ ਹਾਂ, ਉਹਨਾਂ ਦਾ 550 ਸਾਲਾ ਜਿਹੜਾ ਉਸ ਤੋਂ ਵੀ ਜਿਹੜਾ 550 ਸਾਲ ਹੋ ਗਏ ਉਹਨਾਂ ਨੂੰ ਇਸ ਧਰਤੀ ਤੇ ਆਇਆ ਨੂੰ, ਔਰ ਆਪਣੀਆਂ ਸਿੱਖਿਆਵਾਂ ਗੁਰਬਾਣੀ ਰਾਹੀਂ ਸਾਨੂੰ ਦੱਸਣ, ਤੇ ਸਾਡਾ ਵੀ ਕੁਝ ਫਰਜ਼ ਨਹੀਂ ਬਣਦਾ ਹੈਗਾ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਉਸ ਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰੀਏ। ਦੇਖੋ ਉਹਨਾਂ ਦੇ ਜੀਵਨ ਤੋਂ ਸਾਨੂੰ ਕੀ ਚੀਜ਼ਾਂ ਮਿਲਦੀਆਂ ਨੇ, ਜੋ ਜਿਨ੍ਹਾਂ ਚੀਜ਼ਾਂ ਤੇ ਮੇਰਾ ਫੋਕਸ ਜਾਂਦਾ ਦਿਮਾਗ, ਉਹਨਾਂ ਤੇ ਤੁਹਾਡਾ ਕਿਸੇ ਹੋਰ ਚੀਜ਼ ਤੇ ਜਾਂਦਾ। ਮੈਂ ਜਦੋਂ ਤੁਸੀਂ ਦੇਖੋ ਕਿ ਚਾਰੇ ਉਦਾਸੀਆਂ ਦੀ ਜਿਹੜੀ ਜੀਵਨੀ ਉਹਨਾਂ ਦੀ, ਇੱਕ ਸਾਧੂ ਦੀ, ਸੰਨਿਆਸੀ ਦੀ ਜੀਵਨੀ ਹੈ, ਲੇਕਿਨ ਉਦਾਸੀਆਂ ਖਤਮ ਹੋਣ ਤੋਂ ਬਾਅਦ ਕਰਤਾਰਪੁਰ ਜ਼ਮੀਨ ਖਰੀਦੀ ਉਹਨਾਂ ਨੇ, ਹਲ ਵਾਹਿਆ, ਖੇਤੀ ਕੀਤੀ। ਇਹ ਸੰਕੇਤ ਹੈ ਕਿ ਸਾਧ ਨੇ ਜਿਹੜੇ ਉਹ ਵੇਲੀਆਂ ਖਾਣ ਵਾਸਤੇ ਨਹੀਂ ਬੈਠੇ। ਵਾਰਿਸ ਸ਼ਾਹ ਜਦੋਂ ਕਹਿੰਦਾ ਨਾ ਹੀਰ ਦੇ ਕਿੱਸੇ 'ਚ, ਕਹਿੰਦਾ ਜਦੋਂ ਰਾਂਝਾ ਜੋਗ ਲੈ ਕੇ ਫਿਰ ਰਿਹਾ, ਉਹ ਹੋਕਾ ਦਿੰਦਾ ਫਿਰ ਰਿਹਾ ਵੀ ਆਓ ਜੀ ਕਿਸੇ ਨੇ ਸਾਧ ਬਣਨਾ, ਮੌਜੀ ਮੌਜਾਂ ਨੇ, ਨਾ ਕੁਛ ਚਾਰਨਾ ਤੇ ਨਾ ਕੁਛ ਚੋਵਣਾ ਜੇ, ਆਓ ਕਿਸੇ ਫਕੀਰ ਹੁਣ ਹੋਵਣਾ ਜੇ। ਇਹ ਪੰਕਤੀਆਂ ਨੇ ਵਾਰਿਸ ਸ਼ਾਹ ਦੀਆਂ। ਸਾਧ ਹੋ ਗਿਆ ਜਿਹੜਾ, ਉਹਦਾ ਕੰਮ ਨਹੀਂ ਹੈ ਵੀ ਉਹ ਕੰਮ ਕਰੇ, ਉਹਦੀ ਜ਼ਿੰਮੇਵਾਰੀ ਨਹੀਂ ਹੈ। ਹੁਣ ਤਾਂ ਉਹ ਹੋਰਾਂ ਦੇ ਸਿਰਾਂ ਤੋਂ ਖਾਏਗਾ। ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ। ਖੇਤੀ ਕਰਨ ਤੋਂ ਬਾਅਦ ਜਿਹੜੀ ਉਪਜ ਆਈ, ਉਸ ਆਪਾਂ ਨੂੰ ਤਾਂ ਹੁਕਮ ਇਹ ਹੈ ਨਾ ਵੀ ਦਸਵੰਧ ਕੱਢ ਦਿਆ ਕਰੋ ਲੋੜਵੰਦ ਦੀ ਮਦਦ ਵਾਸਤੇ। ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਰਤ 'ਚੋਂ ਦਸਵੰਧ ਨਹੀਂ ਕੱਢਿਆ, ਸਾਰੀ ਦੀ ਸਾਰੀ ਕਿਰਤ 'ਚੋਂ ਲੰਗਰ ਚਲਾਇਆ। ਕਰਤਾਰਪੁਰ 2 ਚੁੱਲ੍ਹੇ ਨਹੀਂ ਸਨ ਵੀ ਗੁਰੂ ਜੀ ਦਾ ਚੁੱਲ੍ਹਾ ਵੱਖਰਾ ਹੋਵੇ, ਪਰਿਵਾਰ ਦਾ ਤੇ ਸੰਗਤ ਦਾ ਵੱਖਰਾ ਹੋਵੇ। ਇੱਕੋ ਹੀ ਚੁੱਲ੍ਹੇ 'ਚ ਜੋ ਰਸਦਾਂ ਬਣਦੀਆਂ ਸੀ ਉਹ ਵਰਤਾਈਆਂ ਜਾਂਦੀਆਂ ਸੀ ਤੇ ਖਾਈਆਂ ਜਾਂਦੀਆਂ ਸੀ। ਸੋ ਆਪਾਂ ਨੂੰ ਸਭ ਤੋਂ ਪਹਿਲਾ ਸੰਕੇਤ ਇਹ ਦਿੱਤਾ ਕਿ ਆਪਾਂ ਕੀ ਕਰਦੇ ਹਾਂ, ਜਵਾਨ ਉਮਰੇ ਢਲਦੀ ਉਮਰ ਤੱਕ ਕੰਮਕਾਜ ਕਰਦੇ ਹਾਂ। ਜਿਹਨੂੰ ਖੇਤੀ ਕਰਨੀ ਆਉਂਦੀ ਹੈ, ਜ਼ਮੀਨ ਹੈ, ਖੇਤ, ਬਾਕੀ ਮਜ਼ਦੂਰੀ ਕਰਦੇ ਨੇ, ਆਪੋ ਆਪਣੇ ਕਿੱਤੇ ਨੇ। ਪਿਛਲੀ ਉਮਰ ਦੇ ਵਿੱਚ ਅਸੀਂ ਰੱਬ ਦਾ ਨਾਂ ਲੈਣ ਲੱਗ ਜਾਂਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਜਵਾਨੀ ਤੇ ਸਿਖਰ ਦੀ ਉਮਰ ਤੱਕ ਸੰਨਿਆਸੀਆਂ ਵਰਗਾ ਜੀਵਨ ਬਤੀਤ ਕੀਤਾ। ਜਦੋਂ ਪਿਛਲੀ ਉਮਰ ਆਈ ਉਦੋਂ ਖੇਤੀ ਕੀਤੀ। ਇਹ ਉਹਨਾਂ ਦੇ ਸੰਕੇਤ ਨੇ। ਤੇ ਇਹ ਸੰਕੇਤ ਕਦੀ ਕਦੀ ਬਹੁਤ ਸੁੰਦਰ ਸ਼ਬਦਾਵਲੀ 'ਚ ਆਪਾਂ ਨੂੰ ਆਪਣੇ ਸਿਆਣੇ ਦੋਸਤਾਂ ਤੋਂ, ਕੁਲੀਗਸ ਤੋਂ ਕਿਵੇਂ ਮਿਲਦੇ ਨੇ। ਮਹਿੰਦਰਪਾਲ ਕੋਹਲੀ ਮੇਰੇ ਕੁਲੀਗ ਸਨ, ਮੇਰੇ ਤੋਂ ਉਮਰ 'ਚ ਵੱਡੇ ਸਨ, ਮੇਰੇ ਡਿਪਾਰਟਮੈਂਟ ਦੇ ਹੈੱਡ। ਜਦੋਂ ਉਹ ਰਿਟਾਇਰ ਹੋਏ, ਕੁਦਰਤੀ ਮੇਰੇ ਤੋਂ ਕੋਈ 12 ਸਾਲ ਪਹਿਲਾਂ ਰਿਟਾਇਰ ਹੋਏ ਸਨ। ਉਹਨਾਂ ਦੀ ਇੱਕੋ ਧੀ ਸੀ, ਉਹ ਛੱਤੀਸਗੜ੍ਹ ਵਸ ਗਈ ਸੀ, ਉੱਥੇ ਵਸ ਗਏ ਉਹ ਵੀ। ਕਦੇ ਕਦੇ ਮੈਨੂੰ ਚਿੱਠੀ ਲਿਖਦੇ, ਮਹੀਨੇ 2 ਮਹੀਨੇ ਬਾਅਦ ਇੱਕ ਚਿੱਠੀ ਆਈ, ਉਹਦੇ 'ਚ ਲਿਖਿਆ ਉਹਨਾਂ ਨੇ, ਪਿਆਰੇ ਮਿੱਤਰ ਪੰਨੂ, ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ। ਮੈਂ ਸਵੇਰ ਸਾਰ ਗੁਰਦੁਆਰੇ ਗਿਆ, ਸੇਵਾ ਨਿਭਾਈ, ਦੁਪਹਿਰ ਹੋਇਆ, ਲੰਗਰ ਵਰਤਾਇਆ, ਕੀਰਤਨ ਸੁਣਿਆ, ਬਹੁਤ ਆਨੰਦ ਆਇਆ। ਅੱਜ ਦਾ ਦਿਨ ਮੇਰਾ ਬੜਾ ਚੰਗਾ ਲੰਘਿਆ। ਨਾਲੇ ਮੈਂ ਲੰਗਰ ਵਰਤਾਉਂਦਾ ਫਿਰਦਾ ਸੀ, ਨਾਲੇ ਮੇਰੇ ਮਨ 'ਚ ਇੱਕ ਖਿਆਲ ਬਾਰ-ਬਾਰ ਆਈ ਜਾਂਦਾ ਸੀ। ਮੈਂ ਸੋਚਿਆ ਇਹੋ ਜਿਹੇ ਖਿਆਲ ਤੈਨੂੰ ਪਸੰਦ ਨੇ, ਮੈਂ ਤੈਨੂੰ ਦੱਸਾਂ। ਜਦੋਂ ਮੈਂ ਲੰਗਰ ਵਰਤਾਉਂਦਾ ਫਿਰ ਰਿਹਾ ਸੀ, ਮੇਰੇ ਮਨ 'ਚ ਇਹ ਖਿਆਲ ਆਇਆ ਕਿ 2500 ਸਾਲ ਪਹਿਲੋਂ ਕਪਿਲਵਸਤੂ ਦੀ ਰਿਆਸਤ 'ਚ ਇੱਕ ਬੱਚਾ ਪੈਦਾ ਹੋਇਆ ਸੀ, ਗੌਤਮ ਸਿਧਾਰਥ। ਜਦੋਂ ਉਹ ਜਵਾਨ ਹੋਇਆ, ਉਹਨੇ ਆਪਣੇ ਹੱਥ 'ਚ ਮੰਗਤਿਆਂ ਵਾਲਾ ਠੂਠਾ ਫੜ ਲਿਆ ਤੇ ਇਹ ਕਿਹਾ ਕਿ ਜੇ ਮੰਗੋਗੇ ਨਹੀਂ ਤਾਂ ਮੁਕਤੀ ਨਹੀਂ ਮਿਲੂਗੀ। ਇੱਕ ਪੂਰਾ ਰਾਸ਼ਟਰ ਉਹਨੇ ਮੰਗਤਿਆਂ ਦਾ ਰਾਸ਼ਟਰ ਬਣਾ ਦਿੱਤਾ ਸੀ। ਤੇ ਉਹਦੇ ਤੋਂ 2000 ਸਾਲ ਬਾਅਦ ਤਲਵੰਡੀ ਰਾਏ ਭੋਏ 'ਚ ਇੱਕ ਬੱਚੇ ਨੇ ਜਨਮ ਲਿਆ, ਜਿਹਨੇ ਵੱਡਾ ਹੋ ਕੇ ਕਿਰਤ ਕੀਤੀ, ਖੇਤੀ ਕੀਤੀ, ਮੱਝਾਂ ਪਾਲੀਆਂ। ਮੇਰੇ ਹੱਥ 'ਚ ਵੱਡਾ ਕਟੋਰਾ ਫੜਾ ਕੇ ਕਿਹਾ ਕਿ ਉਹ ਖੀਰ ਦਾ ਕੜਾਹਾ ਤਿਆਰ ਹੈ, ਨਾਲੇ ਲੋੜਵੰਦਾਂ ਨੂੰ ਛਕਾ, ਨਾਲੇ ਖੁਦ ਛਕ। ਮੰਗਤਿਆਂ ਦਾ ਰਾਸ਼ਟਰ ਉਹਨੇ ਦਾਤਿਆਂ ਦੇ ਰਾਸ਼ਟਰ 'ਚ ਬਦਲ ਦਿੱਤਾ। ਇਹ ਤਾਕਤ ਹੈ ਗੁਰੂ ਇੱਕ ਸ਼ਖਸ ਪੂਰੀ ਕੌਮ ਦਾ ਸੁਭਾਅ, ਪੂਰੇ ਦੇਸ਼ ਦਾ ਸੁਭਾਅ, ਪੂਰੇ ਖਿੱਤੇ ਦਾ, ਦੁਨੀਆ ਦਾ ਸੁਭਾਅ ਬਦਲ ਸਕਦਾ ਹੈ। ਇਹ ਤਾਕਤ ਗੁਰੂ ਨਾਨਕ ਦੇਵ 'ਚ ਸੀ। ਸਰ ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਅੱਜ ਸਾਡਾ ਅਜੋਕਾ ਨੌਜਵਾਨ ਦੀ ਜੇਕਰ ਗੱਲ ਕਰੀਏ, ਅਸੀਂ ਕਿਰਤ ਨਾਲੋਂ ਟੁੱਟ ਰਹੇ ਹਾਂ। ਅੱਜ ਅਸੀਂ ਕੰਮ ਕਰਨ ਨਾਲੋਂ ਕੰਮ ਕਰਵਾਉਣ ਦੇ ਵਿੱਚ, ਜਾਂ ਮਸ਼ੀਨੀ ਯੁੱਗ ਹੋ ਗਿਆ, ਕਿਰਤ ਨਾਲੋਂ ਟੁੱਟ ਗਏ। ਕੀ ਲੱਗਦਾ ਕੀ? ਕਿਰਤ ਨਾਲੋਂ ਕੋਈ ਨਹੀਂ ਟੁੱਟੇ ਅਸੀਂ। ਹੋਇਆ ਕਿ ਜਿਹੜੇ ਬੱਚੇ ਚੜ੍ਹਦੀ ਜਵਾਨੀ 'ਚ ਹੀ +2 ਕਰਕੇ ਬਾਹਰਲੇ ਦੇਸ਼ਾਂ ਚਲੇ ਜਾਂਦੇ ਨੇ, ਉੱਥੇ ਉਹ ਮੌਜਾਂ ਕਰਨ ਨਹੀਂ ਜਾਂਦੇ।
ਸਖਤ ਮਿਹਨਤ ਕਰਦੇ ਨੇ। ਨਾਲੇ ਤਾਂ ਉਹਨਾਂ ਨੇ ਕਰਜ਼ਾ ਉਤਾਰਨਾ ਆਪਣੇ ਮਾਪਿਆਂ ਨੇ, ਜਿਹੜਾ ਕਰਜ਼ਾ ਉਹ ਲੈ ਕੇ ਬਾਹਰ ਗਏ ਨੇ, ਨਾਲੇ ਉਹਨਾਂ ਨੇ ਆਪਣੇ ਰੋਟੀ ਪਾਣੀ ਦਾ, ਨਾਲੇ ਉਹਨਾਂ ਨੇ ਪੜ੍ਹਾਈ ਦਾ ਖਰਚ ਚਲਾਉਣਾ। ਉਹਨਾਂ ਉੱਤੇ ਤਿੰਨ ਤਰ੍ਹਾਂ ਦੇ ਤੀਰੇ ਬਰਡਨ ਨੇ। ਦੋ ਗੱਲਾਂ ਕਰਾਂਗੇ ਆਪਾਂ ਤੁਹਾਡੇ ਇਸ ਸਵਾਲ ਦੇ ਜਵਾਬ 'ਚ। ਇੱਕ ਤਾਂ ਇਹ ਕਿ ਸਾਡੀ ਜਵਾਨੀ ਕੰਮ ਤੋਂ ਭੱਜਦੀ ਨਹੀਂ, ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦਾ ਕੰਮ ਮਿਲਣਾ ਚਾਹੀਦਾ, ਨੰਬਰ 1। ਨੰਬਰ 2, ਇੱਕ ਇਤਰਾਜ਼ ਮੇਰੇ ਹਮ ਉਮਰਾਂ ਦਾ ਇਹ ਵੀ ਹੈ ਕਿ ਸਾਡੀ ਜਵਾਨੀ ਸਿੱਖੀ ਤੋਂ ਦੂਰ ਜਾ ਰਹੀ ਹੈ। ਮੈਂ ਨਹੀਂ ਮੰਨਦਾ ਇਹ ਗੱਲ। ਬਾਈਬਲ ਕਲਾਂ ਜਾਂ ਜਿੱਥੇ ਬੇਅਦਬੀਆਂ ਹੋਈਆਂ ਸੀ, ਜਵਾਨਾਂ ਨੇ ਰੇਲਵੇ ਲਾਈਨਾਂ ਦੇ ਨਾਲ ਧਰਨ, ਨਾਲੇ ਤਾਂ ਉਹ ਲੰਗਰ ਚਲਾਉਂਦੇ ਸੀ, ਨਾਲੇ ਉਹ ਪੁਲਿਸ ਨੂੰ ਲੰਗਰ ਛਕਾਉਂਦੇ ਸੀ, ਨਾਲੇ ਉਹ ਸਿਰ ਢੱਕ ਕੇ ਪਾਠ ਕਰਦੇ ਸੀ, ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਸੀ। ਉਹ ਸਿੱਖੀ ਤੋਂ ਮੁੱਖ ਨਹੀਂ ਮੋੜਿਆ ਉਹਨਾਂ ਨੇ। ਜਿਨ੍ਹਾਂ ਨੇ ਵੱਡੇ ਬਾਣੇ ਪਹਿਨ ਕੇ, ਲਿਬਾਸ ਪਹਿਨ ਕੇ, 3 ਫੁੱਟੀਆਂ ਕਿਰਪਾਨਾਂ ਹੱਥ 'ਚ ਲੈ ਕੇ ਬੇਈਮਾਨੀਆਂ ਕੀਤੀਆਂ, ਤਖ਼ਤਾਂ 'ਤੇ ਝੂਠ ਬੋਲੇ, ਉਹਨਾਂ ਦੇ ਲਿਬਾਸ ਦੇ ਖਿਲਾਫ ਨੇ ਉਹ ਬੱਚੇ ਸਾਡੇ। ਜਦੋਂ ਸਾਡੀ ਲੀਡਰਸ਼ਿਪ ਅੱਛੀ ਹੋ ਗਈ, ਉਹ ਸਾਬਤ ਸੂਰਤ ਵੀ ਹੋਣਗੇ ਅਤੇ ਕਿਰਤ ਤਾਂ ਅੱਜ ਵੀ ਉਹਨਾਂ ਤੋਂ ਚੰਗੀ ਕਰ ਰਹੇ ਨੇ, ਵੱਡਿਆਂ ਤੋਂ। ਸੋ ਉਸ ਸੂਰਤ ਦੇ ਵਿੱਚ ਇੱਥੇ ਬੱਚੇ ਪੜ੍ਹ ਕੇ ਕੀ ਕਰਨਗੇ? ਜਦੋਂ ਪੜ੍ਹਨ ਤੋਂ ਬਾਅਦ, ਟੈਕਨੋਲੋਜੀ ਪੜ੍ਹਨ ਤੋਂ ਬਾਅਦ, ਮੈਡੀਸਿਨ ਇੰਜੀਨੀਅਰਿੰਗ ਪੜ੍ਹਨ ਤੋਂ ਬਾਅਦ ਜਦੋਂ ਉਹਨਾਂ ਨੂੰ ਦਿਸਦਾ ਕਿ ਨੌਕਰੀ ਨਹੀਂ ਮਿਲਣੀ, ਫਿਰ ਉਹ ਇੱਥੇ ਕਾਹਨੂੰ ਰਹਿਣ? ਉੱਥੇ ਕੰਮ ਛੋਟੇ ਮਿਲਣਗੇ, ਬੇਸ਼ੱਕ +2 ਕਰਕੇ ਚਲੇ ਜਾਂਦੇ ਨੇ। ਸੋ ਉਸ ਸੂਰਤ ਦੇ ਵਿੱਚ ਮੈਂ ਸੋਚਦਾ, ਨਾ ਤਾਂ ਉਹ ਕੰਮ ਤੋਂ ਜੀ ਚਰਾਇਆ ਉਹਨਾਂ ਨੇ, ਨਾ ਉਹਨਾਂ ਨੇ ਸਿੱਖੀ ਤੋਂ ਮੂੰਹ ਮੋੜਿਆ। ਉਹਨਾਂ ਨੂੰ ਉਹ ਮਾਹੌਲ ਨਹੀਂ ਮਿਲ ਰਿਹਾ ਜਿਹੜੇ ਮਾਹੌਲ ਦੇ ਉਹ ਕਾਬਿਲ ਨੇ, ਜਿਹੜਾ ਮਾਹੌਲ ਉਹਨਾਂ ਨੂੰ ਚਾਹੀਦਾ। ਕਿਸ ਤਰ੍ਹਾਂ ਸਰ ਹੋ ਸਕਦਾ ਉਹ ਮਾਹੌਲ ਸਿਰਜਿਆ ਜਾ ਸਕਦਾ? ਕੀ ਆਪਣੇ ਸੂਬੇ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਵਾਪਸੀ ਆ ਸਿੱਖੀ ਵੱਲ ਨੂੰ ਵੀ ਹੋ ਜਾਵੇ ਤੇ ਕਿਰਤ ਵੱਲ ਨੂੰ ਵੀ ਹੋ ਜਾਵੇ? ਆਪਾਂ ਸ਼ੁਰੂ 'ਚ ਜ਼ਿਕਰ ਜਿਹੜਾ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਪਿਤਾ ਇਹ ਦੇਖ ਰਹੇ ਨੇ ਕਿ ਦੇਵਨਾਗਰੀ ਤੇ ਫਾਰਸੀ ਸਿੱਖਣ ਨੂੰ ਨੌਕਰੀ ਮਿਲੇਗੀ। ਅੱਜ ਪ੍ਰਚਾਰ ਜੇ ਮੈਂ ਕਰੀ ਜਾਵਾਂ, ਬਹੁਤ ਸਾਰੇ ਲੋਕ ਕਰੀ ਜਾਂਦੇ ਨੇ ਅੰਗਰੇਜ਼ੀ ਨਾ ਪੜ੍ਹਾਓ ਜੀ, ਪੰਜਾਬੀ ਪੜ੍ਹਾਓ। ਉਹ ਅੰਗਰੇਜ਼ੀ 'ਚ ਪੜ੍ਹ ਕੇ ਰੁਜ਼ਗਾਰ ਮਿਲਦਾ। ਅੰਗਰੇਜ਼ੀ ਕੋਈ ਬਹੁਤ ਸੌਖੀ, ਕੋਈ ਰੇਸ਼ਮੀ ਲਿਬਾਸ ਥੋੜ੍ਹਾ ਵੀ ਜਿਹੜਾ ਪਹਿਨਣ ਨੂੰ ਦਿਲ ਕਰਦਾ। ਇਹ ਤਾਂ ਔਖੀ ਆਉਂਦੀ ਹੈ, ਇਹਦੇ 'ਤੇ ਤਾਂ ਮਿਹਨਤ ਵੱਧ ਕਰਨੀ ਪਊਗੀ। ਲੇਕਿਨ ਬੱਚੇ ਵੱਧ ਮਿਹਨਤ ਕਰਨ ਨੂੰ ਵੀ ਤਿਆਰ ਨੇ। ਫਿਰ ਵੀ ਜੇ ਉਹਨਾਂ ਨੂੰ ਆਪਾਂ ਰੋਕਦੇ ਹਾਂ ਕਿ ਪੰਜਾਬੀ ਪੜ੍ਹੋ, ਹਾਂ ਇਹ ਮੰਨੀ ਗੱਲ ਕਿ ਪੰਜਾਬੀ ਮਾਧਿਅਮ ਹੋਵੇ, ਪੰਜਾਬੀ ਅੰਗਰੇਜ਼ੀ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਜਾਂਦੀ ਹੋਵੇ, ਇਹ ਤਾਂ ਸਾਡੀ ਡਿਮਾਂਡ ਜਾਇਜ਼ ਹੈ। ਲੇਕਿਨ ਅੰਗਰੇਜ਼ੀ ਛੱਡ ਕੇ ਤੁਸੀਂ ਪੰਜਾਬੀ ਸਿੱਖਣ ਲੱਗ ਜਾਓ, ਉਹਨਾਂ ਨੂੰ ਤਾਂ ਅੰਗਰੇਜ਼ੀ ਸਿੱਖ ਕੇ ਨੌਕਰੀਆਂ ਨਹੀਂ ਮਿਲਦੀਆਂ, ਪੰਜਾਬੀ ਸਿੱਖ ਕੇ ਕੀ ਕਰਨਗੇ? ਤਾਂ ਆਪਾਂ ਵਿੱਦਿਆ ਉਹ ਦੇਈਏ ਜਿਹੜੀ ਵਿੱਦਿਆ ਉਹਨਾਂ ਨੂੰ ਕਿਰਤ 'ਚੋਂ ਕੁਛ ਨਾ ਕੁਛ ਆਪਣੀ ਜ਼ਿੰਦਗੀ ਵਾਸਤੇ ਅੱਛਾ ਰੁਜ਼ਗਾਰ ਪ੍ਰਦਾਨ ਕਰੇ। ਤਾਂ ਇਹ ਮੇਰਾ ਖਿਆਲ ਹੈ ਕਿ ਆਪਣੇ ਸਕੂਲ ਵਧੀਆ ਨੇ। ਹੁਣ ਤਾਂ ਸਕੂਲ, ਕਾਲਜ, ਯੂਨੀਵਰਸਿਟੀਆਂ ਸਗੋਂ ਲੋੜ ਤੋਂ ਵੱਧ ਹੋ ਗਈਆਂ। ਜਿਨ੍ਹਾਂ ਬੱਚਿਆਂ ਵਾਸਤੇ ਬਣਾਈਆਂ ਸੀ ਉਹ ਬੱਚੇ ਇੱਥੇ ਹਨ ਨਹੀਂ, ਉਹ ਖਾਲੀ ਪਈਆਂ ਨੇ ਯੂਨੀਵਰਸਿਟੀਆਂ, ਨਾ ਉੱਥੇ ਪ੍ਰੋਫੈਸਰ ਨਾ ਉੱਥੇ ਵਿਦਿਆਰਥੀ। ਤਾਂ ਉਹ ਉੱਥੇ ਫੋਕਸ ਕਰਨਾ ਚਾਹੀਦਾ ਸਾਨੂੰ ਕਿ ਮਾਹੌਲ ਸਾਡਾ ਕਿਹੋ ਜਿਹਾ ਹੋਵੇ ਵਿੱਦਿਆ ਦਾ। ਵਿੱਦਿਆ 'ਚ ਰੌਣਕਾਂ ਤਾਂ ਲੱਗਣਗੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ 'ਚ ਜੇ ਉੱਥੋਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ। ਸੋ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਡੇ ਦਰਸ਼ਕਾਂ ਨਾਲ, ਸਾਡੇ ਸਰੋਤਿਆਂ ਨਾਲ ਸਾਂਝ ਪਾਈ ਅਮੁੱਲ ਵਿਚਾਰਾਂ ਦੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੇਖੋ ਜੀ, ਮੈਂ ਸ਼ੁਕਰਾਨਾ ਤੁਹਾਡੀ ਟੀਮ ਦਾ ਇਸ ਲਈ ਕਰਦਾ ਕਿ ਮੈਂ ਤਾਂ ਆਪਣਾ ਕੋਈ ਵਿਚਾਰ ਦਿੱਤਾ ਹੀ ਨਹੀਂ। ਵਿਚਾਰ ਜੇ ਚੰਗੇ ਲੱਗੇ, ਉਹ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਨੇ, ਔਰ ਉਹ ਚੰਗੇ ਲੱਗਣਗੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਤੁਹਾਨੂੰ ਸਾਰਿਆਂ ਨੂੰ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।